ਸਿੱਖ ਹੈਰੀਟੇਜ ਦੀ ਗੱਲਬਾਤ ਕਰਦਿਆਂ ਹੋਇਆਂ ਅਸੀਂ ਕਈ ਪ੍ਰੋਗਰਾਮ ਲੜੀਵਾਰ ਕੀਤੇ। ਅਸੀਂ ਤੁਹਾਡੇ ਨਾਲ ਇਹ ਸੰਪੰਨ ਕਰਨਾ ਚਾਹੁੰਦੇ ਹਾਂ। ਤੁਹਾਡੇ ਕੀ ਵਿਚਾਰ ਨੇ ਸਿੱਖ ਰਿਸਰਚ ਬਾਰੇ? ਤੁਹਾਡੇ ਕਾਫੀ ਤਜਰਬਾ ਹੈ, ਰਿਸਰਚ ਤੁਸੀਂ ਬੜੀ ਕੀਤੀ ਆ। ਸਾਡੇ ਹੈਰੀਟੇਜ ਦੀ ਕੀ ਦੇਣ ਆ ਸਾਡੀ ਕੈਨੇਡੀਅਨ ਸੋਸਾਇਟੀ ਨੂੰ ਅਤੇ ਸੋਸਾਇਟੀ ਇਨ ਜਨਰਲ? ਸੋ ਜਦ ਸਰਕਾਰ ਨੇ ਇਹਨੂੰ ਇਸ ਮਹੀਨੇ ਨੂੰ ਡਿਕਲੇਅਰ ਕੀਤਾ ਕਿ ਸਿੱਖ ਹੈਰੀਟੇਜ ਮੰਥ ਹਰ ਅਪ੍ਰੈਲ ਮਨਾਇਆ ਜਾਵੇ, ਉਹਦੇ 'ਚ ਨਾ ਉਹਨਾਂ ਨੇ 3 ਫਰੇਜ਼ਸ ਯੂਜ਼ ਕੀਤੀਆਂ ਨੇ। ਓਬਵੀਅਸਲੀ ਜਿਹੜੀ ਸਿੱਖੀ ਦੀ ਗੱਲ ਆ, ਉਹਦੇ ਵਿੱਚ ਪੰਜਾਬੀ ਲੈਂਗੁਏਜ ਦੀ ਗੱਲ ਆ, ਤੇ ਉਹਦੇ ਵਿੱਚ ਗੁਰਮੁਖੀ ਸਕ੍ਰਿਪਟ ਦੀ ਗੱਲ ਆ। ਮੈਂ ਊੜੇ ਤੇ ਜੂੜੇ ਦੀ ਗੱਲ ਕਰਨੀ ਚਾਹੁੰਦਾ, ਕਿਉਂਕਿ ਜਿਹੜਾ ਸਾਡਾ ਮੁੱਢਲਾ ਸਿਧਾਂਤ ਹੈ ਔਰ ਸਾਡੀ ਕੇਸਾਂ ਦਾ ਅਤੇ ਸਾਡੀ ਗੁਰਮੁਖੀ ਦਾ ਅਤੇ ਸਾਡੇ ਜਿਹੜੇ ਸਿੱਖ ਵਿਰਸਾ ਹੈ ਉਸ ਨੂੰ ਸੰਭਾਲਣ ਦੀ। ਹੁਣ ਜਿਹੜੀ ਆਈਡੈਂਟਿਟੀ ਗੁਰਬਾਣੀ ਵਿੱਚ ਬਣਾਈ ਜਾ ਰਹੀ ਆ, ਅਸੀਂ ਉਹਨੂੰ ਕਹਿੰਦੇ ਆ ਸਤਿਗੁਰ ਦੇ ਘਰ ਜਨਮ ਲੈਣ ਦੀ। ਹੁਣ ਸਤਿਗੁਰ ਦੇ ਘਰ ਜਨਮ ਲੈਣਾ ਬਾਇਓਲੋਜੀਕਲ ਨਹੀਂ ਆ, ਕਿ ਤੁਸੀਂ ਇਹਨੂੰ ਆਈਡੀਓਲੋਜੀਕਲ ਕਹਿਣਾ ਵੀ ਅੰਗਰੇਜ਼ੀ ਵਿੱਚ ਕੁਝ ਘੱਟ ਕਰਨਾ ਹੋ ਜਾਊਗਾ, ਬਟ ਇਟਸ ਨੇੜੇ ਤੇੜੇ ਆ ਉਹਦੇ, ਵਿਚ ਮੀਨਸ ਵਰਡ ਕਿ ਜਿਹੜਾ ਆਈਡੀਆ ਗੁਰੂ ਨਾਨਕ ਸਾਹਿਬ ਦੇ ਰਹੇ ਨੇ, ਉਹ ਆਈਡੀਆ ਜਿਹੜਾ ਗੁਰਮੁਖੀ ਅੱਖਰਾਂ ਰਾਹੀਂ ਸਾਡੇ ਕੋਲ ਡਾਇਰੈਕਟਲੀ ਅਵੇਲੇਬਲ ਆ, ਉਹ ਆਈਡੀਆ ਜੇ ਮੈਂ ਅਪਣਾ ਰਿਹਾ, ਉਹ ਫਿਰ ਮੈਂ ਇੱਕ ਅਸੂਮਡ ਆਈਡੈਂਟਿਟੀ ਲੈ ਰਿਹਾ, ਇੱਕ ਚੋਇਸ ਲੈ ਰਿਹਾ। ਬਾਕੀ ਜਿਹੜਾ ਸਿਧਾਂਤ ਆ ਸਾਡੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਖਾਸ ਤੌਰ ਦੇ ਉੱਤੇ ਕੰਮ ਕਰਨ ਦੀ ਗੱਲ ਆ ਜਿਹੜੀ, ਕਿ ਕੰਮ ਕਰਨਾ ਕਿੰਨਾ ਜ਼ਰੂਰੀ ਆ, ਨਖੱਟੂ ਨਾ ਬਣੋ ਔਰ ਵੰਡ ਛਕੋ, ਸ਼ੇਅਰ ਕਰੋ ਚੀਜ਼ਾਂ। ਅੱਜ ਪੱਛਮੀ ਮੁਲਕਾਂ ਦੇ ਵਿੱਚ ਸ਼ੇਅਰ ਕਰਨ ਦੀ ਗੱਲ ਜੇ ਪ੍ਰਚਲਿਤ ਹੋ ਰਹੀ ਆ, ਤਾਂ ਬਹੁਤ ਸਾਲ ਪਹਿਲਾਂ ਗੁਰੂ ਜੀ ਨੇ ਸਾਨੂੰ ਇਹ ਸਾਡੇ ਵਿਰਸੇ ਦੇ ਵਿੱਚ ਦੇ ਦਿੱਤੀ। ਸਿੱਖ ਵਿਰਸੇ ਦੇ ਵਿੱਚ ਕਈ ਗੱਲਾਂ ਜਿਹੜੀਆਂ ਦੇ ਦਿੱਤੀਆਂ, ਹੁਣ ਪੱਛਮੀ ਸੁਸਾਇਟੀ ਜਿਨ੍ਹਾਂ ਨੂੰ ਅਡਾਪਟ ਕਰ ਰਹੀ ਹੈ। The Harjinder Thin Show। ਸਿੱਖਾਂ ਦੇ ਹੈਰੀਟੇਜ ਦੇ ਸੰਬੰਧ ਵਿੱਚ ਇਹ ਅਪ੍ਰੈਲ ਦਾ ਮਹੀਨਾ ਜਿਸ ਤਰੀਕੇ ਨਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਉਸ ਦੇ ਵਿੱਚ ਇਹ ਸਾਡੀ ਲੜੀ ਦਾ ਆਖਰੀ ਪ੍ਰੋਗਰਾਮ ਹੋਏਗਾ, ਜਿਹਦੇ 'ਚ ਹਰਿੰਦਰ ਸਿੰਘ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਹਰਿੰਦਰ ਸਿੰਘ ਟੈਕਸਸ ਵੀ ਕਹਿੰਦੇ ਹਾਂ, ਔਰ ਉਹ ਸਿੱਖ ਸਕਾਲਰ ਹਨ, ਸਿੱਖ ਰਿਸਰਚ ਇੰਸਟੀਚਿਊਟ ਤੋਂ। ਅੱਜ ਸਾਡੇ ਨਾਲ ਉਹ ਗੱਲਬਾਤ ਕਰਨਗੇ ਕਿ ਕੈਨੇਡੀਅਨ ਸੁਸਾਇਟੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਵਿਚਰੇ ਅਤੇ ਵਰਲਡ ਸੁਸਾਇਟੀ ਦੇ ਵਿੱਚ ਉਹਨਾਂ ਦੀ ਕੀ ਥਾਂ ਹੈ। ਸੋ ਵੱਖ-ਵੱਖ ਐਂਗਲਸ ਤੋਂ ਇਹ ਗੱਲਬਾਤ ਅੱਜ ਹੋਵੇਗੀ। ਅਤੇ ਗੱਲਬਾਤ ਅੱਜ ਸਰਦਾਰ ਕਪੂਰ ਸਿੰਘ ਦੀ ਵੀ ਉਹ ਕਰਨਗੇ ਸਿੱਖ ਹੈਰੀਟੇਜ ਦੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨ ਲਈ। ਮੇਰੇ ਨਾਲ ਅੱਜ ਜ਼ੂਮ 'ਤੇ ਸਰ ਹਰਿੰਦਰ ਸਿੰਘ ਜੀ ਸ਼ਾਮਲ ਨੇ। ਸਰ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਜੀ। ਸਿੱਖ ਹੈਰੀਟੇਜ ਦੀ ਗੱਲਬਾਤ ਕਰਦਿਆਂ ਹੋਇਆਂ ਅਸੀਂ ਕਈ ਪ੍ਰੋਗਰਾਮ ਲੜੀਵਾਰ ਕੀਤੇ। ਅਸੀਂ ਤੁਹਾਡੇ ਨਾਲ ਇਹ ਸੰਪੰਨ ਕਰਨਾ ਚਾਹੁੰਦੇ ਹਾਂ। ਤੁਹਾਡੇ ਕੀ ਵਿਚਾਰ ਨੇ ਸਿੱਖ ਰਿਸਰਚ ਬਾਰੇ? ਤੁਹਾਡੇ ਕਾਫੀ ਤਜਰਬਾ ਹੈ, ਰਿਸਰਚ ਤੁਸੀਂ ਬੜੀ ਕੀਤੀ ਆ। ਸਾਡੇ ਹੈਰੀਟੇਜ ਦੀ ਕੀ ਦੇਣ ਆ ਸਾਡੀ ਕੈਨੇਡੀਅਨ ਸੋਸਾਇਟੀ ਨੂੰ ਅਤੇ ਸੋਸਾਇਟੀ ਇਨ ਜਨਰਲ? ਜ਼ਰੂਰ ਜੀ। ਆਈ ਥਿੰਕ ਇੱਥੇ ਇੱਕ ਗੱਲ ਸਾਨੂੰ ਲੈ ਕੇ ਚੱਲਣੀ ਪੈਣੀ ਹੈ ਕਿ ਸਿੱਖ ਹੈਰੀਟੇਜ ਮੰਥ ਜਿਹੜਾ ਡਿਕਲੇਅਰ ਹੋਇਆ ਕੈਨੇਡਾ ਦੇ ਵਿੱਚ, ਇਹ ਪਿਛਲੇ 10 ਸਾਲਾਂ ਦਾ ਇਹਦੇ ਪਿੱਛੇ ਮੂਵਮੈਂਟ ਚੱਲ ਰਿਹਾ ਸੀ, ਤੇ ਪਿਛਲੇ ਆਈ ਥਿੰਕ 2019 ਵਿੱਚ ਹੀ ਇਹਦੀ ਨੈਸ਼ਨਲ ਲੈਵਲ ਤੇ ਡੈਕਲੇਰੇਸ਼ਨ ਹੋਈ ਹੈ ਕਿ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਾਂਗੂ ਮਨਾਇਆ ਜਾਵੇ ਐਵਰੀ ਈਅਰ। ਸੋ ਐਕਚੁਅਲੀ ਇਹ ਨੈਸ਼ਨਲੀ ਜਦ ਗਵਰਨਮੈਂਟ ਆਫ ਕੈਨੇਡਾ ਨੇ ਕੀਤਾ, ਉਹ ਐਕਟ ਪੜ੍ਹਨ ਵਾਲਾ ਕਿ ਉਹਨਾਂ ਨੇ ਕਿਸ ਲਈ ਇਹ ਕੀਤਾ। ਸੋ ਉਹਨੂੰ ਮੁੱਖ ਰੱਖ ਕੇ ਆਈ ਥਿੰਕ ਤੁਹਾਡੇ ਦਰਸ਼ਕਾਂ ਲਈ, ਕਿਉਂਕਿ ਜ਼ਰੂਰੀ ਹੈ ਆਪਾਂ ਨੂੰ ਪਤਾ ਹੋਵੇ ਕਿ ਸਰਕਾਰ ਕੀ ਕਹਿ ਰਹੀ ਹੈ, ਫਿਰ ਉਸ ਐਂਗਲ ਤੋਂ ਵੀ ਚੀਜ਼ਾਂ ਨੂੰ ਸਮਝਣਾ ਤੇ ਸਿੱਖ ਨਜ਼ਰੀਏ ਤੋਂ ਵੀ ਚੀਜ਼ਾਂ ਨੂੰ ਸਮਝਣਾ। ਸੋ ਜਦ ਸਰਕਾਰ ਨੇ ਇਹਨੂੰ ਇਸ ਮਹੀਨੇ ਨੂੰ ਡਿਕਲੇਅਰ ਕੀਤਾ ਕਿ ਸਿੱਖ ਹੈਰੀਟੇਜ ਮੰਥ ਹਰ ਅਪ੍ਰੈਲ ਮਨਾਇਆ ਜਾਵੇ, ਉਹਦੇ 'ਚ ਨਾ ਉਹਨਾਂ ਨੇ 3 ਫਰੇਜ਼ਸ ਯੂਜ਼ ਕੀਤੀਆਂ ਨੇ। ਓਬਵੀਅਸਲੀ ਜਿਹੜੀ ਸਿੱਖੀ ਦੀ ਗੱਲ ਆ, ਉਹਦੇ ਵਿੱਚ ਪੰਜਾਬੀ ਲੈਂਗੁਏਜ ਦੀ ਗੱਲ ਆ, ਤੇ ਉਹਦੇ ਵਿੱਚ ਗੁਰਮੁਖੀ ਸਕ੍ਰਿਪਟ ਦੀ ਗੱਲ ਆ, ਕਿ ਇਹ 3 ਚੀਜ਼ਾਂ ਨੂੰ ਉਭਾਰਨ ਦੀ ਲੋੜ ਆ। ਕਿ ਇਹ 3 ਚੀਜ਼ਾਂ ਨੇ ਜਿਹੜੇ ਸਿੱਖ, ਅਸੀਂ ਪੰਜਾਬੀ ਪ੍ਰਵਾਸੀ ਕਹਿ ਦਿੰਦੇ ਆ, ਬੜੇ ਸਿੱਖ ਹੈਰੀਟੇਜ ਮੰਥ ਹੈ, ਇਸ ਕਰਕੇ ਮੈਂ ਸਿੱਖੀ ਦੀ ਗੱਲ ਜ਼ਿਆਦਾ ਕਰਾਂਗਾ। ਜਿਹੜੇ ਇੱਥੇ 150 ਸਾਲ ਦੇ ਆਏ ਹੋਏ ਨੇ, ਉਹਨਾਂ ਨੇ 3 ਚੀਜ਼ਾਂ ਨੂੰ ਆਪਣੀ ਹੈਰੀਟੇਜ ਦਾ ਹਿੱਸਾ ਬਣਾ ਕੇ ਰੱਖਿਆ ਕਿ ਕਿਹੜਾ ਕਿਹੜਾ ਯੋਗਦਾਨ ਪਾਇਆ ਫਿਰ ਕੈਨੇਡੀਅਨ ਫੈਬਰਿਕ ਵਿੱਚ, ਕੈਨੇਡੀਅਨ ਸੁਸਾਇਟੀ ਦੇ ਵਿੱਚ। ਸੋ ਇਹ ਗੱਲ ਆਈ ਥਿੰਕ ਸਾਨੂੰ ਵੀ ਖਿਆਲ ਰੱਖਣੀ ਪੈਣੀ ਹੈ ਕਿ ਇਹ ਸਿੱਖੀ ਦੀ ਕਿਹੜੀ ਹੈਰੀਟੇਜ ਆ, ਜਿਹਦੇ ਵਿੱਚ ਪੰਜਾਬੀ ਲੈਂਗੁਏਜ ਵੀ ਆਉਂਦੀ ਹੈ ਤੇ ਜਿਹਦੇ ਵਿੱਚ ਗੁਰਮੁਖੀ ਸਕ੍ਰਿਪਟ ਵੀ ਆਉਂਦਾ। ਕਈ ਵਾਰ ਅਸੀਂ ਇਹ ਗੱਲ ਨੂੰ ਕਿਸੇ ਹੋਰ ਐਂਗਲ ਤੇ ਲੈ ਜਾਂਦੇ ਆ, ਬਟ ਆਪਾਂ ਜੇ ਇਸੇ ਐਂਗਲ ਤੇ ਰੱਖੀਏ ਅੱਜ, ਤੇ ਸਿੱਖੀ ਹੈਰੀਟੇਜ ਦੀ ਫਿਰ ਗੱਲ ਕਰਨੀ ਜ਼ਰੂਰੀ ਬਣਦੀ ਆ। ਉਹਦੇ ਬਾਰੇ ਤੁਸੀਂ ਕੀ ਚਾਹੋਗੇ, ਕਿਹੜੀ ਗੱਲ ਕਰੀਏ? ਮੈਂ ਊੜੇ ਤੇ ਜੂੜੇ ਦੀ ਗੱਲ ਕਰਨੀ ਚਾਹੁੰਦਾ,
ਕਿਉਂਕਿ ਜਿਹੜਾ ਸਾਡਾ ਮੁੱਢਲਾ ਸਿਧਾਂਤ ਹੈ ਔਰ ਸਾਡੀ ਕੇਸਾਂ ਦਾ ਅਤੇ ਸਾਡੀ ਗੁਰਮੁਖੀ ਦਾ ਅਤੇ ਸਾਡੇ ਜਿਹੜੇ ਸਿੱਖ ਵਿਰਸਾ ਹੈ ਉਸ ਨੂੰ ਸੰਭਾਲਣ ਦੀ। ਦੇਖੋ ਜੀ, ਇਹ ਬੜੀ ਆਬਵੀਅਸਲੀ ਪਪੂਲਰ ਫਰੇਜ਼ ਆ, ਊੜੇ ਤੋਂ ਜੂੜੇ ਦੀ ਬੜੀ ਗੱਲ ਚੱਲਦੀ ਆ। ਇਹ ਆਪਾਂ ਕਹਿੰਦੇ ਹਾਂ ਕਿ ਸਮੇਂ ਦੇ ਮੁਤਾਬਕ ਇਹ ਫਰੇਜ਼ਸ ਬਣ ਜਾਂਦੀਆਂ ਨੇ। ਇਹ ਪਿਛਲੇ 30-40 ਸਾਲਾਂ 'ਚ ਇਹ ਫਰੇਜ਼ ਕਾਫੀ ਯੂਜ਼ ਹੋ ਰਹੀ ਹੈ ਤੇ ਹੁਣ ਫਿਰ ਸ਼ੁਰੂ ਹੋਣੀ ਹੋ ਗਈ ਆ। ਬਟ ਜਦ ਅਸੀਂ ਇਹਨੂੰ ਹੈਰੀਟੇਜ ਨਾਲ ਜੋੜ ਕੇ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਦਿੱਤਾ, ਦੇਖੋ ਉਹਨਾਂ ਨੇ ਜਿਹੜਾ ਅਸੀਂ ਬਾਣੀ ਆਖਦੇ ਹਾਂ, ਬਾਣੀ ਕੀ ਹੈ? ਜਿਹੜੀ ਚੀਜ਼ ਬੋਲੀ ਜਾ ਰਹੀ ਹੈ। ਜਦੋਂ ਬੋਲੀ ਗਈ, ਹੁਣ ਹਰੇਕ ਨੂੰ ਤਾਂ ਗੁਰੂ ਸਾਹਿਬ ਮਿਲੇ ਨਹੀਂ ਸਕਦੇ ਕਿਉਂਕਿ ਕਿੰਨੀ ਪੋਪੂਲੇਸ਼ਨ ਹੈ ਦੁਨੀਆ ਦੀ। ਜਿਹੜੇ ਸਿੱਖ ਬਣੇ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਵੀ ਨਹੀਂ ਬਣੇ, ਉਹ ਬਾਣੀ ਨੂੰ, ਜਿਹਨੂੰ ਅਸੀਂ ਸ਼ਬਦ ਆਖਣ ਲੱਗੇ ਨੇ, ਉਹ ਪੜ੍ਹ ਕੇ ਬਣੇ ਨੇ ਕਿਉਂਕਿ ਬਾਣੀ ਨੇ ਉਹਨਾਂ ਨੂੰ ਤਬਲੀਗ ਕਰਤਾ। ਤੇ ਜਦ ਬਾਣੀ ਪਹੁੰਚਾਣੀ ਸੀ, ਜਿਹਨੂੰ ਅਸੀਂ ਅੱਜ ਕੱਲ੍ਹ ਕਿਹਾ ਜਾਂਦਾ ਹੈ ਡਿਸਰਪਟ ਕਰਨਾ ਸੀ, ਡੈਮੋਕ੍ਰੇਟਾਈਜ਼ ਕਰਨਾ ਸੀ, ਪ੍ਰਿਵਿਲੇਜ ਨੂੰ ਖਤਮ ਕਰਕੇ ਸਾਰਿਆਂ ਨੂੰ ਐਕਸੈਸ ਦੇਣੀ ਸੀ, ਉਹ ਬਾਣੀ ਨੂੰ ਫਿਰ ਗੁਰਮੁਖੀ ਸਕ੍ਰਿਪਟ ਦੇ ਵਿੱਚ ਕਲਮਬੱਧ ਕੀਤਾ ਗਿਆ। ਇਸ ਕਰਕੇ ਜਿਹੜੀ ਅੱਖਰ ਦੀ ਗੱਲ ਆ ਨਾ, ਊੜੇ ਦੀ ਗੱਲ ਆ, ਗੁਰੂ ਅੰਗਦ ਪਾਤਸ਼ਾਹ ਨੇ ਜਿਹੜੇ ਉਹਨਾਂ ਤੋਂ ਬਾਅਦ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਾਡੇ ਅਨਕੰਟੈਸਟਡ ਲੀਡਰ ਬਣੇ ਤੇ ਆਪਾਂ ਕਹਿੰਦੇ ਸਾਡੇ ਗੁਰੂ ਸਾਹਿਬਾਨ ਬਣੇ, ਉਹਨਾਂ ਨੇ ਇਹਨੂੰ ਐਜ਼ ਅ ਲਿਪੀ ਦਾ ਰੂਪ ਦਿੱਤਾ। ਬਟ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਹਦੇ ਅੱਖਰ ਬਿਆਨ ਕੀਤੇ ਕਿਉਂਕਿ ਉਹਨਾਂ ਦੀ ਆਪਣੀ ਬਾਣੀ ਆ ਪੱਟੀ ਲਿਖੀ, ਉਹਦੇ ਵਿੱਚ ਉਹਨਾਂ ਨੇ ਸਾਰੇ ਅੱਖਰਾਂ ਦਾ ਬਿਆਨ ਕੀਤਾ ਹੋਇਆ, ਊੜੇ ਤੋਂ ਲੈ ਕੇ ਜਿਹਨੂੰ ਅਸੀਂ ਹੁਣ ਰਾੜੇ ਤੱਕ ਕਹਿੰਦੇ ਆ। ਸੋ ਜਿਹੜਾ ਪਹਿਲੀ ਗੱਲ ਊੜੇ ਵਾਲੀ ਹੈਗੀ ਉਹ ਇਹ ਆ ਕਿ ਜਿਹੜੀ ਆਇਡੈਂਟੀਟੀ ਫਾਰਮੇਸ਼ਨ ਤੁਹਾਡੀ ਲੈਂਗੁਏਜ ਤੋਂ, ਤੁਹਾਡੀ ਬਾਣੀ ਤੋਂ, ਤੁਹਾਡੀ ਵੌਇਸ ਤੋਂ ਨਿਕਲਦੀ ਆ, ਉਹ ਆਇਡੈਂਟੀਟੀ ਕਿਹੜੀ ਫਾਰਮ ਕਰਾਉਣੀ ਆ, ਉਹ ਗੁਰੂ ਨਾਨਕ ਪਾਤਸ਼ਾਹ ਆਪ ਆਪਣੀ ਬਾਣੀ ਵਿੱਚ ਬਿਆਨ ਕਰ ਰਹੇ ਆ, ਜਿਹਨੂੰ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਕੋਲ ਉਪਲਬਧ ਆ। ਤੇ ਜਿਹੜੀ ਤੁਸੀਂ ਜੂੜੇ ਵਾਲੀ ਗੱਲ ਕਹੀ, ਆਇਡੈਂਟੀਟੀ ਕਿਉਂਕਿ ਲੈਂਗੁਏਜ ਤੋਂ ਨਿਕਲਦੀ ਆ, ਲੈਂਗੁਏਜ ਦੇ ਵਿੱਚੋਂ ਫਿਰ ਬੜੀਆਂ ਹੀ ਆਇਡੈਂਟੀਟੀਜ਼ ਨੇ। ਇੱਕ ਸਾਡੀ ਬੋਰਨ ਆਇਡੈਂਟੀਟੀ ਹੁੰਦੀ ਆ, ਰਾਈਟ, ਅਸੀਂ ਕਿਹੜੇ ਖਾਨਦਾਨ 'ਚ ਜੰਮੇ ਆ, ਕਿਹੜੇ ਘਰ 'ਚ ਜੰਮੇ ਆ, ਕਿਹੜੇ ਇਲਾਕੇ 'ਚ ਜੰਮੇ ਆ, ਕਿਹੜੀ ਅਸੀਂ ਕਹਿ ਸਕਦੇ ਹਾਂ ਜਿਹੜਾ ਹਿੰਦੁਸਤਾਨੀ ਪਰੰਪਰਾ ਵਿੱਚ ਕੈਸਟ ਵਿੱਚ ਜੰਮੇ ਆ, ਕਿਹੜੇ ਕਬੀਲੇ ਦੇ ਹੈਗੇ ਆ, ਕਿਹੜੇ ਖਿੱਤੇ ਦੇ ਹੈਗੇ ਆ। ਉਹ ਇੱਕ ਆਇਡੈਂਟੀਟੀਜ਼ ਨੇ ਜਿਹੜੀਆਂ ਤੁਹਾਡੇ ਤੇ ਮੇਰੇ ਨਾਲ ਜਿਹਦਾ ਕੋਈ ਲੈਣਾ ਦੇਣਾ ਨਹੀਂ, ਉਹ ਤੁਹਾਡੇ ਮਾਪਿਆਂ ਦੇ ਬੇਸ ਤੇ ਆਈ ਆ। ਹੁਣ ਜਿਹੜੀ ਆਇਡੈਂਟੀਟੀ ਗੁਰਬਾਣੀ ਵਿੱਚ ਬਣਾਈ ਜਾ ਰਹੀ ਆ, ਅਸੀਂ ਉਹਨੂੰ ਕਹਿੰਦੇ ਆ ਸਤਿਗੁਰ ਦੇ ਘਰ ਜਨਮ ਲੈਣ ਦੀ। ਹੁਣ ਸਤਿਗੁਰ ਦੇ ਘਰ ਜਨਮ ਲੈਣਾ ਬਾਇਓਲੋਜੀਕਲ ਨਹੀਂ ਆ, ਇਹ ਤੁਸੀਂ ਇਹਨੂੰ ਆਈਡੀਓਲੋਜੀਕਲ ਕਹਿਣਾ ਵੀ ਅੰਗਰੇਜ਼ੀ ਵਿੱਚ ਕੁਝ ਘੱਟ ਕਰਨਾ ਹੋ ਜਾਊਗਾ, ਬਟ ਇਟਸ ਨੇੜੇ ਤੇੜੇ ਆ ਉਹਦੇ, ਵਿਚ ਮੀਨਸ ਵਾਟ, ਕਿ ਜਿਹੜਾ ਆਈਡੀਆ ਗੁਰੂ ਨਾਨਕ ਸਾਹਿਬ ਦੇ ਰਹੇ ਨੇ, ਉਹ ਆਈਡੀਆ ਜਿਹੜਾ ਗੁਰਮੁਖੀ ਅੱਖਰਾਂ ਰਾਹੀਂ ਸਾਡੇ ਕੋਲ ਡਾਇਰੈਕਟਲੀ ਅਵੇਲੇਬਲ ਆ, ਉਹ ਆਈਡੀਆ ਜੇ ਮੈਂ ਅਪਣਾ ਰਿਹਾ, ਉਹ ਫਿਰ ਮੈਂ ਇੱਕ ਅਸੂਮਡ ਆਇਡੈਂਟੀਟੀ ਲੈ ਰਿਹਾ, ਇੱਕ ਚੋਇਸ ਲੈ ਰਿਹਾ, ਆਪਣਾ ਰਿਲੇਸ਼ਨਸ਼ਿਪ ਗੁਰੂ ਨਾਲ ਬਣਾ ਰਿਹਾ, ਜਿਸ ਕਰਕੇ ਫਿਰ ਮੈਂ ਇਹ ਗੁਰੂ ਦੀ ਆਇਡੈਂਟੀਟੀ ਲੈ ਰਿਹਾ। ਜਿਵੇਂ ਅੱਜ ਕੱਲ੍ਹ ਆਪਾਂ ਪੰਜਾਬੀ 'ਚ ਆਖਦੇ ਆ ਨਾ, ਇਹ ਸਾਡੇ ਆਲੇ ਤੇ ਪਿੰਡੇ ਆਲੇ, ਇੱਥੇ ਬਣ ਜੂ ਗੁਰੂ ਵਾਲੇ, ਹਨਾ। ਉਹ ਗੁਰੂ ਵਾਲੇ ਦੇ ਨਾਲ ਫਿਰ ਉਹ ਜੂੜੇ ਵਾਲੀ ਗੱਲ ਜੁੜਦੀ ਹੈ, ਜੇ ਅਸੀਂ ਆਮ ਬਣਾਤੀ ਆ। ਉਹ 10ਵੇਂ ਪਾਤਸ਼ਾਹ ਤੇ ਘਰੇ ਆਇਡੈਂਟੀਟੀ ਫਾਰਮ ਹੋ ਰਹੀ ਆ। ਉਹ ਆਇਡੈਂਟੀਟੀ ਫਾਰਮੇਸ਼ਨ ਜਦ ਖਾਲਸੇ ਨੂੰ ਪ੍ਰਗਟਾਇਆ ਗਿਆ ਵਿਸਾਖੀ ਵਾਲੇ ਦਿਨ, ਉਹ ਇੱਕ ਇੰਸਟੀਟਿਊਸ਼ਨਲਾਈਜ਼ ਕਰਤੀ ਆਇਡੈਂਟੀਟੀ। ਸੋ ਇਸ ਤਰ੍ਹਾਂ ਊੜੇ ਤੇ ਜੂੜੇ ਦਾ ਸਫ਼ਰ ਅਸੀਂ ਬਾਣੀ ਤੇ ਖਾਲਸੇ ਰਾਹੀਂ ਦੇਖ ਸਕਦੇ ਹਾਂ। ਬਾਕੀ ਜਿਹੜਾ ਸਿਧਾਂਤ ਆ ਸਾਡੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਖਾਸ ਤੌਰ ਦੇ ਉੱਤੇ ਕੰਮ ਕਰਨ ਦੀ ਗੱਲ ਆ ਜਿਹੜੀ, ਕਿ ਕੰਮ ਕਰਨਾ ਕਿੰਨਾ ਜ਼ਰੂਰੀ ਆ, ਨਖੱਟੂ ਨਾ ਬਣੋ, ਔਰ ਵੰਡ ਛਕੋ, ਸ਼ੇਅਰ ਕਰੋ ਚੀਜ਼ਾਂ। ਅੱਜ ਪੱਛਮੀ ਮੁਲਕਾਂ ਦੇ ਵਿੱਚ ਸ਼ੇਅਰ ਕਰਨ ਦੀ ਗੱਲ ਜੇ ਪ੍ਰਚਲਿਤ ਹੋ ਰਹੀ ਆ, ਤਾਂ ਬਹੁਤ ਸਾਲ ਪਹਿਲਾਂ ਗੁਰੂ ਜੀ ਨੇ ਸਾਨੂੰ ਇਹ ਸਾਡੇ ਵਿਰਸੇ ਦੇ ਵਿੱਚ ਦੇ ਦਿੱਤੀ। ਸਿੱਖ ਵਿਰਸੇ ਦੇ ਵਿੱਚ ਕਈ ਗੱਲਾਂ ਜਿਹੜੀਆਂ ਦੇ ਦਿੱਤੀਆਂ, ਹੁਣ ਪੱਛਮੀ ਸੁਸਾਇਟੀ ਜਿਨ੍ਹਾਂ ਨੂੰ ਅਡੋਪਟ ਕਰ ਰਹੀ ਹੈ। ਮੇਰਾ ਖਿਆਲ ਆ ਉਹ ਜਿਹੜੀ ਸਾਡੇ ਵਿਰਸੇ ਦੀ ਗੱਲ ਆ ਨਾ, ਉਹ ਮੇਰਾ ਖਿਆਲ ਅਡਰੀ ਹੈ, ਔਰ ਉਹ ਇੱਕ ਅਨੋਖੀ ਗੱਲ ਹੈ। ਦੂਸਰੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਹੁਣ ਉਸ ਦੇ ਚਰਚੇ ਚੱਲੇ ਨੇ। ਹਾਂਜੀ, ਬਿਲਕੁਲ ਠੀਕ ਹੈ ਇਹ ਗੱਲ। ਇਹ ਜਿਹੜੀ ਫਰੇਜ਼ ਅਸੀਂ ਪਿਛਲੇ 100 ਸਾਲਾਂ ਵਿੱਚ ਕਾਫੀ ਵਰਤ ਰਹੇ ਹਾਂ, ਜਿਹੜੀ ਤੁਸੀਂ ਹੁਣੇ ਰਿਪੀਟ ਕੀਤੀ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਇਹ ਭਾਈ ਵੀਰ ਸਿੰਘ ਹੁਣਾਂ ਨੇ ਬਣਾਈ ਸੀਗੀ। ਪਰ ਇਹਦਾ ਆਈਡੀਆ ਗੁਰੂ ਗ੍ਰੰਥ ਸਾਹਿਬ ਚੋਂ ਹੀ ਹੈਗਾ, ਜਿਹਨੂੰ ਅਸੀਂ ਨਾਮ ਦਾ ਨਿਸ਼ਨਾਨ ਆਖਿਆ ਜਾਂਦਾ। ਇਹ ਫਰੇਜ਼ ਬਹੁਤ ਕਾਮਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ। ਉਹ ਫਰੇਜ਼ ਦਾ ਫਿਰ ਜਦ, ਕਿਉਂਕਿ ਦੇਖੋ 100 ਸਾਲ ਪਹਿਲਾਂ ਕੀ ਹੋ ਰਿਹਾ ਸੀ, ਉਸ ਵੇਲੇ ਨਾ ਯੁੱਗ ਸੀਗਾ। ਨਾ ਹੋਲਡ ਔਨ, ਮੈਂ ਤਾਂ ਇਹ ਸਮਝਦਾ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਸਿਧਾਂਤ ਹੈ। ਭਾਈ ਵੀਰ ਸਿੰਘ ਹੋਰਾਂ ਦਾ ਜ਼ਿਕਰ ਕਿਵੇਂ ਆ ਗਿਆ? ਭਾਈ ਵੀਰ ਸਿੰਘ ਨੇ ਇਹਨੂੰ ਇੰਟਰਪ੍ਰੇਟ ਕੀਤਾ, ਨਾਮ ਦਾ ਨਿਸ਼ਨਾਨ। ਹਾਂ, ਇੰਟਰਪ੍ਰੇਟ ਕੀਤਾ। ਉਹ ਇੰਟਰਪ੍ਰੇਟ ਕਰਕੇ ਜਿਹੜੀ ਫਰੇਜ਼ ਅਜੋਕੀ ਪੰਜਾਬੀ 'ਚ ਆਪਾਂ ਬੋਲ ਰਹੇ 100 ਸਾਲ ਪੁਰਾਣੀ ਆ, ਉਹਦਾ ਮੈਂ ਸੰਦਰਭ ਦੇ ਰਿਹਾ ਸੀਗਾ। ਸਾਡਾ ਵੀ ਇਹੀ ਕਰਨਾ ਪੜਦਾ ਕਿ ਜਿਹੜੇ ਅਸੀਂ ਹਾਲਾਤ 'ਚ, ਹੁਣ ਅਸੀਂ 2023 'ਚ ਹੈਗੇ ਆ, ਅੱਜ ਦੀ ਵੋਕੈਬਲਰੀ ਵਿੱਚ ਇਹ ਗੱਲ ਕਿਵੇਂ ਕੀਤੀ ਜਾਵੇ, ਇਹ ਵਿਚਾਰਨ ਦੀ ਲੋੜ ਆ। ਕਿਉਂਕਿ ਭਾਈ ਵੀਰ ਸਿੰਘ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਯੁੱਗ ਵਿੱਚ
ਜਦ ਇਹ ਵੈਸਟਮਿੰਸਟਰ ਸਟਾਈਲ ਡੈਮੋਕ੍ਰੇਸੀਜ਼ ਪੂਰੀ ਦੁਨੀਆ ਜਾ ਰਹੀਆਂ, ਰੈਵੋਲੂਸ਼ਨ ਪੂਰੀ ਦੁਨੀਆ 'ਚ ਹੋ ਰਹੇ ਸੀ, ਰਸ਼ੀਅਨ ਰੈਵੋਲੂਸ਼ਨ ਹੋਣ ਵਾਲਾ ਸੀ, ਉਸ ਵੇਲੇ ਸਾਰਾ ਐਕਟਿਵਿਜ਼ਮ ਦੇ ਲੈਵਲ ਤੇ ਗੱਲ ਹੁੰਦੀ ਸੀ। ਹੁਣ ਤੁਸੀਂ ਦੇਖੋਗੇ ਕਿ ਪੋਸਟ ਡੈਮੋਕ੍ਰੇਸੀ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਤਾਂ ਜਿਹੜੀ ਅੱਜ ਦੇ ਹਾਲਾਤ ਨੇ, ਅੱਜ ਦੀ ਪੋਲਿਟਿਕਸ ਆ, ਉੱਥੇ ਅਸੀਂ ਨਾਮ ਦਾ ਨਿਸ਼ਾਨ ਨੂੰ ਕਿਵੇਂ ਲੈ ਕੇ ਜਾਣਾ, ਇਹ ਸਾਨੂੰ ਵਿਚਾਰਨ ਦੀ ਗੱਲ ਆ। ਤੇ ਜਿਹੜੀ ਉਹਦੇ 'ਚ ਤੁਸੀਂ ਗੱਲ ਕੀਤੀ, ਉਹ ਐਕਚੁਅਲੀ ਪ੍ਰਿੰਸੀਪਲ ਕੀ ਸੀ? ਪ੍ਰਿੰਸੀਪਲ ਸੀਗਾ ਗੁਰੂ ਗ੍ਰੰਥ ਸਾਹਿਬ ਕਿ ਘਾਲ ਖਾਏ ਕਿਛ ਹੱਥੋਂ ਦੇ। ਇਹ ਜਿਹੜੀ ਘਾਲਣਾ ਘਾਲਣੀ ਆ ਨਾ, ਕਿ ਯੂ ਹੈਵ ਟੂ ਡੂ ਐਥੀਕਲ ਵਰਕ, ਤੇ ਜੇ ਤੁਸੀਂ ਉਹਦੇ ਵਿੱਚੋਂ ਖਾਣਾ, ਵਿਚ ਮੀਨਸ ਉਹਦੇ ਵਿੱਚੋਂ ਕੰਜ਼ੂਮ ਕਰਨਾ, ਜਿਹੜੀ ਵੀ ਅਸੀਂ ਸਪੈਂਡਿੰਗ ਕਰਦੇ ਆ ਉਹ, ਸੋ ਜਿਹਨੂੰ ਅਸੀਂ ਕਹਿੰਦੇ ਨਾ ਐਥੀਕਲ ਅਰਨਿੰਗ, ਇੱਥੇ ਦੱਸਿਆ ਜਾਵੇਗਾ ਐਥੀਕਲ ਸਪੈਂਡਿੰਗ ਵੀ ਉਨੀ ਜ਼ਰੂਰੀ ਹੈ। ਜਿਹੜੀ ਅੱਜ ਕੱਲ ਦੁਨੀਆ ਗੱਲ ਕਰ ਰਹੀ ਹੈ ਨਾ ਕਿ ਕਿੱਥੋਂ ਕਿਸੇ ਚੀਜ਼ ਨੂੰ ਖਰੀਦਦੇ ਹੋ, ਉਹ ਕਾਰਪੋਰੇਸ਼ਨ ਦੇ ਕਿੱਦਾਂ ਦੇ ਸਿਸਟਮਸ ਨੇ, ਆਰ ਦੇ ਫੇਅਰ ਕਾਰਪੋਰੇਸ਼ਨਸ ਆਰ ਨਾਟ। ਇਹ ਹੈਗਾ ਘਾਲ ਖਾਏ ਖਿੱਚ ਹੱਥੋਂ ਦੇ। ਖਾਣ ਦਾ ਮਤਲਬ ਹੈ ਕੰਜ਼ੂਮ ਕਰਨਾ, ਕਿਰਤ ਕਰਨ ਦਾ ਮਤਲਬ ਹੈ ਅਰਨ ਕਰਨਾ, ਤੇ ਉਹਦੇ ਵਿੱਚੋਂ ਵੀ ਕੁਝ ਦੇਣਾ, ਵਿਚ ਮੀਨਸ ਸ਼ੇਅਰ ਕਰਨਾ, ਜਿਹੜੇ ਇੰਸਟੀਟਿਊਸ਼ਨਲ ਰੂਪ ਵਿੱਚ ਅਸੀਂ ਦਸਵੰਧ ਆਖਦੇ ਹਾਂ। ਅੱਛਾ, ਉਸ ਤੋਂ ਬਾਅਦ the thing I am raising is ਕਿ ਸਿਰਫ ਐਥੀਕਲ ਅਰਨਿੰਗ ਦੀ ਗੱਲ ਨਹੀਂ ਹੈ ਇੱਥੇ, ਗੁਰੂ ਸਾਹਿਬ ਸਾਨੂੰ ਐਥੀਕਲ ਸਪੈਂਡਿੰਗ ਦੀ ਗੱਲ ਵੀ ਸਿਖਾ ਰਹੇ ਨੇ, ਜਿਹੜੀ ਅੱਜ ਕੱਲ ਦੁਨੀਆ ਵਿੱਚ ਹਾਵੀ ਹੋਈ ਹੈ। ਫਿਰ ਉਸ ਤੋਂ ਬਾਅਦ ਜਿਹੜੇ ਇਹ ਸਾਰੇ ਸਿਧਾਂਤ ਸੀ ਜਿਹੜੇ ਵਿਰਸੇ ਦੇ ਵਿੱਚ ਅਸੀਂ ਹਾਸਿਲ ਕੀਤੇ ਆ, ਉਹਦੇ ਵਿੱਚ 10ਵੇਂ ਗੁਰੂ ਨੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯਕਦਮ ਤਬਦੀਲੀਆਂ ਕਰ ਦਿੱਤੀਆਂ, ਔਰ ਉਸ ਦੇ ਵਿੱਚ ਜਿਹੜੇ ਪਹਿਲੇ ਸਿਧਾਂਤ ਬੇਸ਼ੱਕ ਉਹ ਸੀਗੇ, ਲੇਕਿਨ ਉਹਨਾਂ ਨੂੰ ਨਵਿਆ ਦਿੱਤਾ। ਨਵਿਆ ਵੀ ਇਸ ਤਰੀਕੇ ਨਾਲ ਦਿੱਤਾ, ਇੰਨਾ ਤਿੱਖਾ ਕਰ ਦਿੱਤਾ ਕਿ ਹਥਿਆਰਾਂ ਦੀ ਵਰਤੋਂ ਕਰਨੀ, ਸੋਸ਼ਲ ਜਸਟਿਸ ਦੀ ਗੱਲ ਕਰਨੀ, ਮਜ਼ਲੂਮ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਨੀ, ਜਗੀਰਦਾਰਾਂ ਤੋਂ ਜਿਹੜੇ ਕਿ ਬਹੁਤ ਵੱਡੇ ਉਸ ਵੇਲੇ ਸਿਸਟਮ ਦੇ ਵਿੱਚ ਇੱਕ ਐਕਸਪਲੋਇਟਰ ਬਣ ਚੁੱਕੇ ਸਨ, ਉਹਨਾਂ ਦੇ ਵਿਰੁੱਧ ਗੱਲਬਾਤ ਕਰਨੀ, ਲੋਕਾਂ ਨੂੰ ਲਾਮਬੰਦ ਕਰਕੇ, ਇਕੱਠੇ ਕਰਕੇ, 5 ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਡੈਮੋਕ੍ਰੇਸੀ ਦਾ ਇੱਕ ਸਿਧਾਂਤ ਪੈਦਾ ਕਰ ਦੇਣਾ, ਸੰਗਤ ਨੂੰ ਵੱਡੀ ਦੱਸ ਕੇ। ਸੋ ਉਹ ਵਿਰਸਾ ਜਿਹੜਾ ਸਾਡਾ, ਮੇਰਾ ਖਿਆਲ ਆ ਉਹ ਬਿਲਕੁਲ ਹੀ ਅਲੱਗ ਹੈ ਉਹਨਾਂ ਸਿਧਾਂਤਾਂ ਤੋਂ ਜਿਹੜੇ 9ਵੇਂ ਗੁਰੂ ਤੱਕ ਚੱਲਦੇ ਰਹੇ। ਸੋ ਆਮ ਤੌਰ ਤੇ ਇਹੀ ਕਿਹਾ ਜਾਂਦਾ, ਜਿਵੇਂ ਤੁਸੀਂ ਦੱਸ ਰਹੇ ਹੋ, ਬਟ ਗੁਰਬਾਣੀ ਦੇ ਨਜ਼ਰੀਏ ਤੋਂ ਤੇ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਅਸੀਂ ਇਹ ਨਹੀਂ ਕਹਾਂਗੇ ਕਿ ਅਲੱਗ ਕਰਤਾ, ਉਹਦੀ ਅਗਲਾ ਇੰਸਟੀਟਿਊਸ਼ਨ ਦਾ ਰੂਪ ਦਿੱਤਾ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਗੁਰੂਆਂ ਦੇ ਵਿੱਚ ਕੋਈ ਫਰਕ ਨਹੀਂ ਆ, ਸਿਰਫ ਬਾਡੀ ਦਾ ਫਰਕ ਆ। ਉਹਨਾਂ ਦੀ ਜੋਤ ਤੇ ਉਹਨਾਂ ਦੀ ਜੁਗਤ ਐਗਜ਼ੈਕਟਲੀ ਸੇਮ ਆ, ਸਿਰਫ ਕਾਇਆ ਪਲਟੀ ਸੀ। ਸੋ ਜੋਤ ਹੁੰਦਾ ਲਾਈਟ ਦਾ ਆਈਡੀਆ, ਜੋਤ ਹੁੰਦਾ ਕਿ ਜਿਹੜਾ ਤੁਸੀਂ ਸਿਧਾਂਤ ਇੱਕ ਵੇਲੇ ਲਫ਼ਜ਼ ਆਖ ਰਹੇ ਸੀ, ਹੈਨਾ, ਕਿ ਕਿਹੜੀ ਵਿਜ਼ਡਮ, ਕਿਹੜਾ ਗਿਆਨ, ਕਿਹੜੇ ਸਿਧਾਂਤ ਫੈਲਾਏ ਜਾ ਰਹੇ ਨੇ, ਤੇ ਜੁਗਤ ਹੁੰਦੀ ਹੈ ਉਹਦੀ ਮੈਥਡੋਲੋਜੀ, ਕਿ ਉਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੇਨਟੇਨ ਕੀਤਾ ਗਿਆ ਕਿ ਗੁਰੂਆਂ ਦੀ ਜੋਤ ਤੇ ਜੁਗਤ ਐਗਜ਼ੈਕਟਲੀ ਸੇਮ ਸੀ। ਜਿਵੇਂ ਹੁਣ ਇਹਦੇ ਐਗਜ਼ਾਮਪਲ ਦਿੰਦੇ ਆ, ਸੋ 10ਵੇਂ ਪਾਤਸ਼ਾਹ ਨੇ ਕੁਝ ਬਦਲਿਆ ਨਹੀਂ, ਹਰ ਗੁਰੂ ਨੇ ਇੰਸਟੀਟਿਊਸ਼ਨਲਾਈਜੇਸ਼ਨ ਕੀਤੀ। ਦੇਖੋ ਗੁਰੂ ਨਾਨਕ ਪਾਤਸ਼ਾਹ ਵੇਲੇ ਸਿਰਫ ਕਰਤਾਰਪੁਰ ਸਾਹਿਬ ਹੀ ਸੀ, ਤੀਜੇ ਪਾਤਸ਼ਾਹ ਵੇਲੇ ਗੋਇੰਦਵਾਲ ਸਾਹਿਬ ਵੀ ਆ ਗਏ ਸੀ, ਉਸ ਤੋਂ ਪਹਿਲਾਂ ਖਡੂਰ ਸਾਹਿਬ ਵੀ। ਹੁਣ ਉਹਨਾਂ ਨੂੰ ਫਿਰ ਮੰਜੀਆਂ ਦਾ ਰੂਪ ਦਿੱਤਾ ਗਿਆ। ਹੁਣ ਆਪਾਂ ਇਹ ਥੋੜੀ ਕਹਾਂਗੇ ਕਿ ਜੇ 22 ਉਸ ਵੇਲੇ ਸੂਬੇ ਮੰਨੇ ਜਾਂਦੇ ਸੀ ਮੁਗਲ ਰਾਜ ਦੇ, ਤੇ ਇਹਨਾਂ ਦੇ 22 ਮੰਜੀਆਂ ਬਣਾਈਆਂ ਤੇ ਉਹਨਾਂ ਨੇ ਹਟ ਕੇ ਕੰਮ ਕਰਦਾ ਗੁਰੂ ਨਾਨਕ ਸਾਹਿਬ ਤੋਂ। ਇਹ ਨਹੀਂ ਹੋਇਆ, ਉਹਨੂੰ ਡਿਵੈਲਪ ਕੀਤਾ ਅਗਲੇ ਲੈਵਲ ਤੇ। ਇਸੇ ਤਰ੍ਹਾਂ 9ਵੇਂ ਪਾਤਸ਼ਾਹ ਤੱਕ ਆਉਂਦੇ ਆਉਂਦੇ ਸੂਬੇ ਬਣਨੇ ਸ਼ੁਰੂ ਹੋ ਗਏ। 9ਵੇਂ ਪਾਤਸ਼ਾਹ ਦੇ ਹੁਕਮਨਾਮੇ ਵਿੱਚ ਸੂਬਾ ਲਫ਼ਜ਼ ਯੂਜ਼ ਹੋਇਆ, ਤੇ 10ਵੇਂ ਪਾਤਸ਼ਾਹ ਨੇ ਵਰਡ ਖਾਲਸਾ ਯੂਜ਼ ਕੀਤਾ, ਕਿਉਂਕਿ ਹੁਣ ਇਸ ਲੈਵਲ ਦੀ ਆਰਗੇਨਾਈਜੇਸ਼ਨ ਹੋ ਗਈ ਆ ਜਿਹਨੂੰ ਅਸੀਂ ਕਹਾਂਗੇ ਸਾਊਥ ਏਸ਼ੀਆ ਤੋਂ ਆ ਗਈ, ਜਿਹਨੂੰ ਅੱਜ ਕੱਲ੍ਹ ਇਸ ਸਬ ਕੰਟੀਨੈਂਟ ਆਫ ਇੰਡੀਆ ਕਹਿੰਦੇ ਆ ਜਾਂ ਪੈਨ ਇੰਡੀਆ ਆਖਦੇ ਆ। ਇਸੇ ਕਰਕੇ ਜਿਹੜੇ 5 ਪਿਆਰੇ ਆਏ, ਉਹ ਸਿਰਫ ਇੱਕ ਪੰਜਾਬੀ ਸੀ, ਬਾਕੀ 4 ਨਾਨ ਪੰਜਾਬੀ ਸੀ, ਕਿਉਂਕਿ ਜਿਹੜਾ ਸਾਊਥ ਏਸ਼ੀਆ ਦੇ ਖਿੱਤੇ ਚੋਂ, ਉੱਥੋਂ ਜਿੱਥੇ ਜਿੱਥੇ ਸ਼ਬਦ ਟਰੈਵਲ ਕੀਤਾ, ਜਿੱਥੇ ਜਿੱਥੇ ਬਾਣੀ ਟਰੈਵਲ ਕੀਤੀ, ਤੇ ਜਿਨ੍ਹਾਂ ਨੇ ਉਸ ਆਈਡੈਂਟੀਟੀ ਨੂੰ ਗੁਰੂ ਦੇ ਘਰ 'ਚ ਲੈਣਾ ਸੀ, ਉਹਦਾ ਇੱਕ ਇੰਸਟੀਟਿਊਸ਼ਨਲ ਰੂਪ ਦਿੱਤਾ। ਸੋ ਗੁਰੂ, ਇਸੇ ਤਰ੍ਹਾਂ ਜੰਗਾਂ ਦੀ ਗੱਲ ਆ, ਜੰਗਾਂ ਤਾਂ ਪਹਿਲੇ ਗੁਰੂਆਂ ਨੇ ਵੀ ਕੀਤੀ, ਹੁਣ ਜਸਟ ਵਾਰ ਥਿਉਰੀ ਨੂੰ ਉਹਨਾਂ ਨੇ ਜ਼ਫਰਨਾਮੇ 'ਚ ਕਲਮਬੱਧ ਕਰਤਾ। ਸੋ ਇਹਨੂੰ ਰੋਲ ਜਿਵੇਂ ਜਿਵੇਂ ਇਨਕਰੀਜ਼ ਹੋ ਰਹੇ ਨੇ, ਡਿਵੈਲਪਮੈਂਟ ਹੋ ਰਹੀ ਹੈ ਕਮਿਊਨਿਟੀ ਦੀ, ਇਸੇ ਕਰਕੇ ਜਦ 10ਵੇਂ ਪਾਤਸ਼ਾਹ ਦੇ ਪ੍ਰਥਾਏ ਖਾਲਸੇ ਦੀ ਗੱਲ ਹੁੰਦੀ ਹੈ, ਉਹਨਾਂ ਨੇ ਇਹ ਕਿਤੇ ਨਹੀਂ ਕਿਹਾ ਕਿ ਮੈਂ ਖਾਲਸਾ ਬਣਾਇਆ। ਇਹ ਆਪਾਂ ਕਹਿ ਦਿੰਦੇ ਹਾਂ ਗਲਤੀ ਦੇ ਵਿੱਚ। ਸਾਡੇ ਸੈਕੰਡਰੀ ਟੈਕਸਟ ਕਹਿੰਦੇ ਨੇ ਕਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਖਾਲਸੇ ਨੂੰ ਪ੍ਰਗਟਾਇਆ, ਮਤਲਬ ਸਹਿਜੇ ਰਚਿਓ ਖਾਲਸਾ। ਖਾਲਸਾ ਹੌਲੀ ਹੌਲੀ ਰਚਿਆ ਜਾ ਰਿਹਾ ਸੀਗਾ। ਗੁਰ ਸੰਗਤ ਕੀਨੀ ਖਾਲਸਾ, ਜਿਹੜੀ ਸੰਗਤ ਸੀਗੀ ਗੁਰੂ ਦੀ, ਉਹ ਹੁਣ ਖਾਲਸੇ ਦੇ ਰੂਪ ਵਿੱਚ ਪ੍ਰੈਜ਼ੈਂਟ ਕੀਤੀ ਗਈ। ਸੋ 10ਵੇਂ ਪਾਤਸ਼ਾਹ ਨੇ ਨਵਾਂ ਇੰਸਟੀਟਿਊਸ਼ਨਲ ਰੂਪ ਦਿੱਤਾ, ਜਿਹਨੂੰ ਅਸੀਂ ਆਪੇ ਗੁਰਚੇਲਾ ਆਖ ਦਿੰਦੇ ਆ, ਬਟ ਉਹ ਆਈਡੀਆ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਚੱਲ ਰਿਹਾ, ਉਹ ਹੁਣ ਇੰਸਟੀਟਿਊਸ਼ਨਲਾਈਜ਼ ਕਰਤਾ, ਕਿਉਂਕਿ
ਗੁਰਬਾਣੀ 'ਚ ਹੀ ਆ ਗਿਆ ਸੀ ਪਹਿਲਾਂ ਹੀ, ਇਸ ਤੋਂ ਕਿਤੇ ਪਹਿਲਾਂ ਆ ਗਿਆ ਸੀ ਤੀਜੇ ਪਾਤਸ਼ਾਹ ਵੇਲੇ, ਕਿ ਸਿੱਖ ਤੇ ਗੁਰੂ ਇੱਕੋ ਹੀ ਹੁੰਦੇ ਨੇ ਜੇ ਸਿੱਖ ਗੁਰੂ ਦਾ ਉਪਦੇਸ਼ ਅੱਗੇ ਚਲਾਉਂਦਾ। ਸਿੱਖ ਗੁਰੂ, ਗੁਰੂ ਸਿੱਖ ਹੈ ਇੱਕ ਹੈ, ਗੁਰ ਉਪਦੇਸ਼ ਚਲਾਏ। ਸੋ ਕਹਿਣ ਦਾ ਭਾਵ ਹੈ ਕਿ 10ਵੇਂ ਪਾਤਸ਼ਾਹ ਨੇ ਜਿਹੜਾ ਇੱਕ ਆਈਡੈਂਟੀਟੀ ਦਾ ਆਰਡਰ ਆਫ ਦਾ ਖਾਲਸਾ ਬਣਾਇਆ, ਜਿਹਨੂੰ ਅਸੀਂ ਆਰਗੇਨਾਈਜ਼ ਫਾਰਮ ਆਫ ਰਿਲੀਜਨ ਕਹਿੰਦੇ ਆ, ਉਹ ਮਜ਼ਹਬ ਹੈਗਾ ਖਾਲਸਾ। ਸਿੱਖੀ ਇੱਕ ਓਪਨ ਹੈਗਾ। ਸਿੱਖੀ ਦੇ ਵਿੱਚ ਤੁਸੀਂ ਕੋਈ ਗੁਰੂ ਨੂੰ ਕਿਸੇ ਵੀ ਲੈਵਲ ਤੇ ਪਿਆਰ ਕਰ ਸਕਦਾ। ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਸਾਰੀਆਂ ਹੀ ਲੈਵਲ ਦੀਆਂ ਆਈਡੈਂਟੀਟੀਜ਼ ਅਡਾਪਟ ਕੀਤੀਆਂ ਹੋਣ, ਬਟ ਜਿਹੜਾ ਖਾਲਸਾ ਆਈਡੈਂਟੀਟੀ ਲੈ ਲੈਂਦਾ ਸੀ ਉਹ ਇੱਕ ਆਰਗੇਨਾਈਜ਼ ਫਾਰਮ ਵਿੱਚ ਆਉਂਦਾ ਸੀ। ਉਹ ਆਰਗੇਨਾਈਜ਼ ਫਾਰਮ ਜਿਹਨਾਂ ਦੀ ਟ੍ਰੇਨਿੰਗ ਦਿੱਤੀ ਗਈ 200 ਵਰੇ, 239 ਇਅਰਸ ਟੂ ਬੀ ਮੋਰ ਐਗਜ਼ੈਕਟ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਫਿਰ ਉਹਨਾਂ ਦਾ ਵਿਰਸੇ ਵਿੱਚ ਆਇਆ ਕਿ ਬਈ ਜਿਹੜੇ ਵੀ ਖਾਲਸੇ ਦੇ ਰੋਲ ਨੇ ਉਹ ਤੁਸੀਂ ਫੁਲਫਿਲ ਕਰਦੇ ਨੇ, ਤੁਹਾਡੇ ਕੋਲ ਆਪਸ਼ਨ ਨਹੀਂ ਆ।